पराली दी समाधान तैयार किया गया वो कई दिनों तो ਉਹਦੇ ਤੇ रिसर्च हो रही सी ਤੇ बहुत खुशी नाल दस रहा कि वो रिसर्च कामयाब हो गई है। ਜਿਹੜੀ ਪਰਾਲੀ ਪੂਰੇ ਦੇਸ਼ ਸਾੜੀ ਜਾਂਦੀ ਆ, ਜਿਸ ਪਰਾਲੀ ਨੂੰ ਪੂਰੇ ਦੇਸ਼ ਦੇ ਵਿੱਚ ਅੱਗ ਲਾਇਆ ਜਾਂਦਾ ਗਾ, ਉਸ ਪਰਾਲੀ ਨੂੰ ਖੇਤ ਦੇ ਵਿੱਚ ਹੀ ਉਸ ਘੋਲ ਦੇ ਨਾਲ ਕਿਵੇਂ ਨਸ਼ਟ ਕਰਨਾ ਗਾ, ਜਿਹੜਾ ਮੈਂ ਸਮਝਦਾ ਦਿੱਲੀ ਸਰਕਾਰ ਤੇ ਇਸ ਇੰਸਟੀਟਿਊਸ਼ਨ ਦੇ ਜਿਹੜੇ ਯਤਨਾਂ ਸਦਕੇ ਹੋਇਆਗਾ। ਇਸ ਜਿਹੜਾ ਤਜਰਬੇ ਨੂੰ ਅਸੀਂ ਪੰਜਾਬ 'ਚ ਲੈ ਕੇ ਜਾਵਾਂਗੇ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਪਰਾਲੀ ਪ੍ਰੋਬਲਮ ਨਾ ਹੋ ਕੇ ਸਾਡੇ ਲਈ ਕਮਾਈ ਦਾ ਇੱਕ ਕਾਰੋਬਾਰ ਦਾ ਇੱਕ ਸਾਧਨ ਵੀ ਬਣ ਸਕਦੀ ਹੈ। ਉਹਦੀ ਜਾਣਕਾਰੀ ਆਪਾਂ ਇੱਥੇ ਲਵਾਂਗੇ। ਨੂੰ ਜਿਹੜੀ ਇਹਨਾਂ ਦੀ ਜਿਹੜੀ ਖੋਜ ਕੀਤੀ ਹੈ ਜਿਹੜੀ ਪੂਸਾ ਨੇ ਉਹਨੂੰ ਕਿਸਾਨਾਂ ਤੱਕ ਲੈ ਕੇ ਜਾ ਰਹੀ ਹੈ ਤੇ ਕਿਸਾਨਾਂ ਨੂੰ ਉਹਦਾ ਫਾਇਦਾ ਪਹੁੰਚਾ ਰਹੀ ਹੈ। जलाइए नहीं गलाइए, तो पराली को जलाना नहीं है। हम उसको चारे का ब्लॉक बना करके दिखा रहे हैं किसानों के कैसे इसको चारे के ब्लॉक में बदल सकते हो। ਸਤਿ ਸ਼੍ਰੀ ਅਕਾਲ ਜੀ। ਇਸ ਟਾਈਮ ਅਸੀਂ ਜਿੱਥੇ ਖੜੇ ਆ ਇਹ ਪੰਜਾਬ ਹਰਿਆਣਾ ਜਾਂ ਕੋਈ ਹੋਰ ਸਟੇਟ ਨਹੀਂ, ਇਹ ਦਿੱਲੀ ਹੈ ਤੇ ਦਿੱਲੀ ਦੇ ਪੂਸਾ ਰਿਸਰਚ ਇੰਸਟੀਚਿਊਟ 'ਚ ਆਪਾਂ ਸਾਰੇ ਖੜੇ ਆ। 2 ਦਿਨ ਤੋਂ ਜੋ ਆਪਾਂ ਸੁਣਦੇ ਸੀ ਕਿ ਕਈ ਦਿਨਾਂ ਤੋਂ ਪੂਸਾ ਇੰਸਟੀਚਿਊਟ ਵੱਲੋਂ ਜੋ ਪਰਾਲੀ ਦੀ समाधान तैयार किया गया वो कई दिनों तो ਉਹਦੇ ਤੇ रिसर्च हो रही सी ਤੇ बहुत खुशी नाल दस रहा कि वो रिसर्च कामयाब हो गई है। मेरे नाल इस टाइम पंजाब तो उचेचे तौर पर इस रिसर्च के नतीजे वेखण हरपाल सिंह चीमा जी, MLA कुलतार सिंह संधवा जी, अमन अरोड़ा जी, मीत हेर जी, तो बहुत ही खुशी नाल मैनू इंट्रोड्यूस करा रहा मिश्रा जी जो इत्थे रिसर्च इंस्टीट्यूट में सारा काम देखते हैं, नाल उन्होंने होर साथी, तो बहुत तसल्ली नाल इन्होंने अज सानू सारी रिसर्च के बारे समझाया। मैं चाਹੁੰਦਾ अपना एक्सपीरियंस सारे एक मिनट ला के शेयर करनगे तो उस तो बाद धन्यवाद जिथे दिल्ली सरकार का करते हैं, अरविंद केजरीवाल जी का करते हैं जिन्होंने दिल्ली के खेतों में इस एक्सपेरीमेंट को अगे ਵਧਾਇਆ। तो सब तो पहला धन्यवाद पूसा इंस्टीट्यूट के सारे लोगों का बनता जिन्होंने इस टैक्नोलॉजी जो लैके आए हैं। तो चीमा जी तो शुरू करते हैं, कितना चीमा जी तुहानू लगे अपना एक्सपीरियंस साझा करो। देखो अज असी पूसा इंस्टीट्यूट में आयाँगे, देखा किस तरह इन्होंने बायो कंपोजर तैयार किया गा, ਜਿਹੜੀ ਪਰਾਲੀ ਪੂਰੇ ਦੇਸ਼ ਸਾੜੀ ਜਾਂਦੀ ਆ, ਜਿਸ ਪਰਾਲੀ ਨੂੰ ਪੂਰੇ ਦੇਸ਼ ਦੇ ਵਿੱਚ ਅੱਗ ਲਾਇਆ ਜਾਂਦਾ ਗਾ, ਉਸ ਪਰਾਲੀ ਨੂੰ ਖੇਤ ਦੇ ਵਿੱਚ ਹੀ ਉਸ ਘੋਲ ਦੇ ਨਾਲ ਕਿਵੇਂ ਨਸ਼ਟ ਕਰਨਾ ਗਾ, ਉਸ ਨਸ਼ਟ ਨਹੀਂ ਕਰਨਾ, ਉਸ ਨੂੰ ਖਾਦ ਦੇ ਰੂਪ ਵਿੱਚ ਕਿਵੇਂ ਤਬਦੀਲ ਕਰਨਾ। ਆ ਕੇ ਦੇਖਿਆ ਬਹੁਤ ਅੱਛਾ ਲੱਗਿਆ। ਸਾਰੇ ਵਿਗਿਆਨੀ ਜਿਹੜੇ ਹੈਗੇ ਨੇਗੇ ਇਸ ਇੰਸਟੀਟਿਊਸ਼ਨ ਦੇ ਜਿਹੜੇ ਵਿਗਿਆਨੀ ਨੇਗੇ ਉਹਨਾਂ ਨੇ ਦੱਸਿਆ ਕਿ ਕਿਵੇਂ ਬੜੇ ਆਸਾਨੀ ਤਰੀਕੇ ਦੇ ਨਾਲ बड़े घट रेट ते बहुत सस्ते रेटां दे उत्ते घोल तैयार हुंदा गा और जमीन च पा के वो जिहड़ी जमीन की उपजाऊ शक्ति भी वधाई जा सकती आ। सो बहुत अच्छा लग्या क्योंकि असी ये जिहड़ा तजर्बा इत्थों लिया गा, जिहड़ा मैं समझदा दिल्ली सरकार ते इस इंस्टीट्यूशन दे जिहड़े यतनां सदके होया गा, इस जिहड़ा तजर्बे नूं असीं पंजाब च लैके जावांगे और पंजाब सरकार नूं बेनती करांगे कि इस तरह की जिहड़ी आ रिसर्च नूं होर अगे वधाया जाए और पंजाब च लागू किया जाए। असीं इस दा जिहड़ा हैगा मटीरियल भी लैके जावांगे ताकि असीं अपने किसानां नूं दे सकीए, उहदा तजर्बा कर सकीए। मैं इस इंस्टीट्यूट के डायरैक्टर साहबान का, विग्यानियों का, सारा का बहुत बहुत धन्यवाद करदा कि जिन्होंने एक बहुत अच्छा घोल तैयार किया गा, जिहदी मैं समझदा पोल्यूशन कंट्रोल करने दे विच सब तो वड्डी मदद जिहड़ी आ दिल्ली नूं मिलूगी, पंजाब नूं मिलूगी, पूरे देश नूं मिलूगी। बहुत बहुत धन्यवाद। ਅੱਜ ਇੱਥੇ ਪੂਸਾ ਰਿਸਰਚ ਇੰਸਟੀਚਿਊਟ ਵਿੱਚ ਆ ਕੇ ਬੜਾ ਪਹਿਲੀ ਗੱਲ ਤਾਂ ਖੁਸ਼ੀ ਹੋਈ ਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਖੇਤੀਬਾੜੀ ਤੇ ਕੰਮ ਹੋ ਰਿਹਾ ਔਰ ਇੱਥੇ ਆ ਕੇ ਸਾਡੇ ਦੇਸ਼ ਦੇ ਟੌਪ ਦੇ ਜਿਹੜੇ ਐਗਰੀਕਲਚਰ ਰਿਸਰਚ ਸਾਇੰਟਿਸਟ ਇੱਥੋਂ ਬਣਦੇ ਆ, ਪੋਸਟ ਗ੍ਰੈਜੂਏਸ਼ਨ ਆਪਦੀ ਇੱਥੇ ਕਰਦੇ ਆ। ਔਰ ਸਭ ਤੋਂ ਵੱਡੀ ਜਿਹੜੀ ਮਨ ਨੂੰ ਤਸੱਲੀ ਇਹ ਹੋਈ ਵੀ ਜਿਹੜੀ ਦੇਸ਼ ਦੇ ਵਿੱਚ ਅੱਜ ਸਾਡੇ ਪੰਜਾਬ ਦੇ, ਹਰਿਆਣੇ ਦੇ ਜਿੱਥੇ ਝੋਨਾ ਲੱਗਦਾ ਉੱਥੇ ਪਰਾਲੀ ਦੀ ਬੜੀ ਵੱਡੀ ਸਮੱਸਿਆ ਔਰ ਉਹਦਾ ਹੱਲ ਕੱਢਣ ਲਈ ਇੱਕ ਸਾਰਥਕ ਪਹਿਲ ਕੀਤੀ ਗਈ ਜਿਹਦੇ 'ਚ ਪੂਸਾ ਰਿਸਰਚ ਇੰਸਟੀਚਿਊਟ ਦੇ ਸਾਇੰਟਿਸਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੂਰਾ ਬੜਾ ਵੱਡਾ ਯੋਗਦਾਨ ਪਾਇਆ। ਅੱਜ ਇੱਥੇ ਆ ਕੇ ਸਾਨੂੰ ਵਧੀਆ, ਬਹੁਤ ਵਧੀਆ ਲੱਗਿਆ। ਦੇਖੋ ਕਿਸ ਤਰ੍ਹਾਂ ਡੀਕੰਪੋਜ਼ ਹੋਈ ਵੀ ਸਾਰੀ ਔਰ ਇਹਦੇ 'ਚ ਕਣਕ ਬੀਜੀ ਗਈ ਆ ਔਰ ਇਹ ਟੈਕਨੋਲੋਜੀ ਨੂੰ ਆਪਾਂ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪਰਾਲੀ ਨੂੰ ਸਾੜਨ ਦੀ ਬਜਾਏ ਉਹ ਆਮਦਨ ਦਾ ਸਾਧਨ ਕਿਵੇਂ ਬਣ ਸਕਦੀ ਉਹਦੇ ਬਾਰੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ। ਇਹਦੇ ਬਾਰੇ 9 ਤਰੀਕ ਨੂੰ ਟੇਪਲਾ ਪਿੰਡ ਆ ਜਿਹੜਾ ਉੱਥੇ ਹਰਿਆਣੇ ਦੇ ਵਿੱਚ ਅੰਬਾਲੇ ਦੇ ਲਾਗੇ, ਉੱਥੇ ਵੀ ਇਹ ਕੈਂਪ ਲਾ ਰਹੇ। ਅਗਰ ਤੁਸੀਂ ਵੀ ਸਾਰੇ ਉੱਥੇ ਪਹੁੰਚਣਾ ਚਾਹੋ ਤਾਂ ਇਹ ਇੱਕ ਕਮਾਈ ਦਾ ਸਾਧਨ ਹੋ ਸਕਦਾ ਕਿ ਇੱਕ ਤਾਂ ਆਪਣੀ ਪ੍ਰੋਬਲਮ ਬਣੀ ਹੋਈ ਹੈ ਪਰਾਲੀ, ਲੇਕਿਨ ਪਰਾਲੀ ਪ੍ਰੋਬਲਮ ਨਾ ਹੋ ਕੇ ਸਾਡੇ ਲਈ ਕਮਾਈ ਦਾ ਇੱਕ ਕਾਰੋਬਾਰ ਦਾ ਇੱਕ ਸਾਧਨ ਵੀ ਬਣ ਸਕਦੀ ਹੈ। ਉਹਦੀ ਜਾਣਕਾਰੀ ਆਪਾਂ ਇੱਥੇ ਲਵਾਂਗੇ। ਬਹੁਤ ਧੰਨਵਾਦ ਜਰਨੈਲ ਜੀ ਦਾ, ਬੜਾ ਧੰਨਵਾਦ ਜਿਹੜੇ ਸਾਨੂੰ ਅੱਜ ਇੱਥੇ ਲੈ ਕੇ ਆਏ ਆ ਔਰ ਜਿਹੜੇ ਸਾਡੇ ਸਾਇੰਟਿਸਟ ਆ ਇੱਥੇ ਡਾਕਟਰ ਸਾਹਿਬ ਹੋਰੀ, ਡਾਕਟਰ ਮਿਸ਼ਰਾ ਜੀ ਇੱਥੋਂ ਦੇ ਡਾਇਰੈਕਟਰ ਸਾਹਿਬ, ਉਹਨਾਂ ਦਾ ਬੜਾ ਧੰਨਵਾਦ। ਅਰਵਿੰਦ ਕੇਜਰੀਵਾਲ ਦਾ ਬੜਾ ਧੰਨਵਾਦ, ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਇੱਥੇ ਆਉਣ ਲਈ। ਬਹੁਤ ਬਹੁਤ ਧੰਨਵਾਦ ਜੀ। जी अमन जी भी अपना एक्सपीरियंस साझा कर। दोस्तों, साथियों, सत श्री अकाल। दोस्तों, लंबे समय तो
ਆਪਾਂ ਪੂਸਾ ਤਾਂ ਪੰਜਾਬ ਦੇ ਵਿੱਚ ਘਰ ਘਰ ਯੂਜ਼ ਹੋਣ ਵਾਲਾ ਵਰਤਿਆ ਜਾਣ ਵਾਲਾ ਸ਼ਬਦ ਹੈ। ਪੂਸਾ 44, ਪੂਸਾ 1509, ਕਈ ਕਿਸਮਾਂ ਨੇ ਜਿਹੜੀਆਂ ਪੂਸਾ ਦੇ ਨਾਂ ਤੇ ਰਜਿਸਟਰਡ ਨੇ। ਪਰ ਸਾਨੂੰ ਬੜੀ ਖੁਸ਼ੀ ਹੋਈ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਜੀ ਦਾ, ਬਾਈ ਜਰਨੈਲ ਜੀ ਹੋਣਾ ਦਾ, ਪੂਸਾ ਦੇ ਡਾਇਰੈਕਟਰ ਸਾਹਿਬ ਹੋਣਾ ਦਾ, ਸਾਰਿਆਂ ਦਾ, ਕਿ ਅੱਜ ਦਿੱਲੀ ਦੇ ਵਿੱਚ ਸਾਨੂੰ ਇਸ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ। ਜਿਵੇਂ ਮੇਰੇ ਤੋਂ ਪਹਿਲਾਂ ਬਾਈ ਜਰਨੈਲ ਜੀ ਨੇ, ਹਰਪਾਲ ਜੀ ਨੇ, ਕੁਲਤਾਰ ਜੀ ਨੇ ਦੱਸੀ ਹੈ ਕਿ ਜਿੱਥੇ ਇਹਦੇ ਨਾਲ ਜਿਹੜੀ ਸਟਬਲ ਬਰਨਿੰਗ ਦੀ ਵਜ੍ਹਾ ਕਰਕੇ এনवायरमेंट ਪੋਲਿਊਸ਼ਨ ਹੁੰਦੀ ਹੈ ਉਹ ਰੋਕਿਆ ਜਾ ਸਕਦਾ ਹੈ। ਕਿਸ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਦੇ ਨਾਲ ਨੇਚਰ ਆਪਦੇ ਰੰਗ ਦਿਖਾਉਂਦੀ ਹੈ, ਕੁਦਰਤ ਦਿਖਾਉਂਦੀ ਹੈ। ਅਸੀਂ ਅੱਜ ਖੇਤਾਂ ਦੇ ਵਿੱਚ ਖੜ੍ਹੇ ਹਾਂ ਅਤੇ ਆਹ ਗਿਰਜਾਂ ਜਿਹੜੀਆਂ ਕਿ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚੋਂ ਤਾਂ ਸ਼ਾਇਦ 25-30 ਸਾਲ ਹੋ ਗਏ ਖ਼ਤਮ ਹੋ ਗਈਆਂ, ਕਿਉਂਕਿ ਇੰਨੀ ਕੁ ਪੋਲਿਊਸ਼ਨ ਦਾ ਸਾਧਨ ਬਣ ਚੁੱਕਿਆ ਅਤੇ ਇੰਨਾ ਕੁ ਯੂਰੀਆ ਔਰ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ। ਪਰ ਅੱਜ ਇੱਥੇ ਦਿੱਲੀ ਦੇ ਵਿੱਚ ਗਿਰਜਾਂ ਦੇਖਣ ਨੂੰ ਮਿਲਦੀਆਂ ਨੇ। ਇਹ ਕੁਦਰਤ ਦਾ, ਮੈਂ ਸਮਝਦਾ ਕਿ ਇੱਕ ਨੇਮ ਹੈ, ਕੁਦਰਤ ਦਾ ਨਿਯਮ ਹੈ ਕਿ ਕੁਦਰਤ ਦੇ ਤੌਰ ਤੇ ਉੱਪਰ ਇਹ ਚੀਜ਼ਾਂ ਆਪਣੇ ਆਪ, ਕਿਉਂਕਿ ਇੱਥੇ ਕਿਸੇ ਤਰੀਕੇ ਦਾ ਕੋਈ ਜਿਹੜਾ ਜ਼ਹਿਰੀਲੇ ਤੱਤ ਨੇ ਉਹ ਨਹੀਂ ਹੈਗੇ। ਮਿੱਟੀ ਕੁਦਰਤ ਨੇ ਜਿਸ ਫਾਰਮ ਦੇ ਵਿੱਚ ਬਣਾਈ ਹੈ ਉੱਥੇ ਅਵੇਲੇਬਲ ਹੈ। ਸੋ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੈ। ਅਤੇ ਜਿਵੇਂ ਕੁਲਤਾਰ ਜੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਪਲਾ ਅੰਬਾਲੇ ਦੇ ਵਿੱਚ ਪੈਂਦਾ, ਉੱਥੇ ਵੀ ਆਉਣਾ, ਔਰ ਉਸ ਤੋਂ ਬਾਅਦ ਮੁਕੇਰੀਆਂ ਦੇ ਵਿੱਚ ਵੀ ਡਾਕਟਰ ਸਾਹਿਬ ਉਹਨਾਂ ਦੀ ਟੀਮ ਨੇ ਜਾਣਾ। ਆਪਾਂ ਸਾਰੇ ਉੱਥੇ ਪਹੁੰਚ ਕੇ ਦੇਖੀਏ, ਸਿੱਖੀਏ, ਸਮਝੀਏ ਅਤੇ ਨਾਲ ਹੀ ਆਪਦੀ, ਗੁਰੂ ਸਾਹਿਬ ਨੇ ਕਿਹਾ ਸੀਗਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਅਤੇ ਅਨਫੋਰਚੂਨੇਟਲੀ ਬਦਕਿਸਮਤੀ ਦੇ ਨਾਲ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਆਪਾਂ ਪੰਜਾਬੀਆਂ ਨੇ ਕਹਿ ਕੇ ਤਾਂ ਆਪਣੇ ਗੁਰੂ ਸਾਹਿਬ ਗਏ ਸੀਗੇ, ਪਰ ਆਪਾਂ ਇਹਨਾਂ ਨੂੰ ਗੰਧਲਾ ਕਰ ਲਿਆ। ਅਤੇ ਹੁਣ ਮੇਰੇ ਖਿਆਲ ਦੇ ਵਿੱਚ ਸਮਾਂ ਆ ਗਿਆ ਕਿ ਆਪਾਂ ਇਹਨਾਂ ਨੂੰ ਸਾਂਭਣ ਵਾਲੇ ਪਾਸੇ ਚੱਲੀਏ। ਅਤੇ ਅੱਜ ਇੰਨੀ ਕੁ ਟੈਕਨੋਲੋਜੀ ਡਾਕਟਰ ਸਾਹਿਬ ਹੁਣੀ ਡਿਵੈਲਪ ਕਰ ਚੁੱਕੇ ਨੇ ਕਿ ਇਹ ਫਰਜ਼ ਨਿਭਾਉਣ ਦੇ ਨਾਲ এনवायरमेंट ਨੂੰ, ਵਾਤਾਵਰਨ ਨੂੰ ਸਾਂਭਣ ਦੇ ਨਾਲ ਇਹ ਇੱਕ ਕਮਾਈ ਦਾ ਚੰਗਾ ਜ਼ਰੀਆ ਵੀ ਬਣ ਸਕਦਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਅੱਜ ਸਾਡੇ ਲਈ ਵੀ ਆਈ ਓਪਨਰ ਹੈ ਇੱਥੇ ਪਹੁੰਚ ਕੇ। ਅਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੇ ਸ਼ੋਅ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਕਰਨ, ਡਾਕਟਰ ਸਾਹਿਬ ਉਹਨਾਂ ਨੇ ਉੱਥੇ ਵਿਜ਼ਿਟ ਕਰਕੇ ਆਪਾਂ ਇਹਨਾਂ ਤੋਂ ਜਾਣਕਾਰੀ ਲਈਏ ਅਤੇ ਆਪਾਂ ਇਸ ਰਾਹ ਚੱਲੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮੈਂ ਸਮਝਦਾ ਕਿ ਜਿਹੜੇ ਪੂਸਾ ਇੰਸਟੀਚਿਊਟ ਦੇ ਡਾਇਰੈਕਟਰ ਨੇ ਸਾਰੇ ਸਾਡੇ ਸਤਿਕਾਰਯੋਗ ਸਾਇੰਟਿਸਟ ਸਾਹਿਬਾਨ ਨੇ, ਸਾਰੇ ਵਧਾਈ ਦੇ ਪਾਤਰ ਹੈ। ਕਿਉਂਕਿ ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਕਿ ਜਿਹੜੀ ਚੀਜ਼ ਧਰਤੀ 'ਚੋਂ ਪੈਦਾ ਹੋਈ, ਜਿਹੜੀ ਪਰਾਲੀ, ਉਹਨੂੰ ਕੁਦਰਤੀ ਤਰੀਕੇ ਨਾਲ ਹੀ ਧਰਤੀ ਦੇ ਵਿੱਚ ਜਿਹੜਾ ਇਹਨਾਂ ਨੇ ਦੁਬਾਰਾ ਮਿਲਾਇਆ। ਇਹਦੇ ਨਾਲ ਜਿਹੜੇ ਜ਼ਰੂਰੀ ਤੱਤ ਨੇ ਜਿਹੜੇ ਸਾਡੀ ਧਰਤੀ ਨੂੰ ਚਾਹੀਦੇ ਉਹ ਵੀ ਜਿਹੜੇ ਨਾਸ ਨਹੀਂ ਹੁੰਦੇ। ਕਿਉਂਕਿ ਸਾਡੇ ਆਮ ਤੌਰ 'ਤੇ, ਕਿਉਂਕਿ ਜਦੋਂ ਪਰਾਲੀ ਵੱਡੀ ਸਮੱਸਿਆ ਸਾਰੇ ਨਾਰਥ ਇੰਡੀਆ ਦੇ ਵਿੱਚ ਬਣੀ ਹੋਈ ਹੈ, ਜਦੋਂ ਉਹਨੂੰ ਅੱਗ ਲਾਉਣੇ ਆ ਤਾਂ ਅਸੀਂ ਜਿਹੜੇ ਕੁਦਰਤੀ ਤੱਤ ਨੇ ਉਹ ਵੀ ਮਰ ਜਾਂਦੇ ਆ, ਅਤੇ ਨਾਲੇ ਕੈਮੀਕਲ ਦੇ ਨਾਲ ਸਾਡੀ ਜਿਹੜੀ ਧਰਤੀ ਹੈ ਉਹ ਵੀ ਜਿਹੜੀ ਹੈ ਬਰਬਾਦ ਹੋ ਰਹੀ ਹੈ। ਸੋ ਇਹ ਕੋਈ ਜਿਹੜਾ ਇਹਨਾਂ ਨੇ ਘੋਲ ਤਿਆਰ ਕੀਤਾ, ਕੋਈ ਕੈਮੀਕਲ ਨਹੀਂ, ਕੁਦਰਤੀ ਤਰੀਕੇ ਨਾਲ ਜਿਹੜੀ ਪਰਾਲੀ ਹੈ ਉਹਨੂੰ ਡੀਕੰਪੋਜ਼ ਜਿਹੜਾ ਉਹ ਕੀਤਾ ਜਾਂਦਾ ਹੈਗਾ। ਸੋ ਸਾਡੀਆਂ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀ ਇਹ ਵੱਡੀ ਸਮੱਸਿਆ, ਤੁਸੀਂ ਜਿਹੜਾ ਇੱਦਾਂ ਦਾ ਜਿਹੜੇ ਜ਼ਿਮੀਂਦਾਰ ਹੈ ਉਹਨਾਂ 'ਤੇ ਪ੍ਰੈਸ਼ਰ ਪਾਉਣ ਦੀ ਬਜਾਏ, ਉਹਨਾਂ 'ਤੇ ਫਾਈਨ ਪਾਉਣ ਦੀ ਬਜਾਏ, ਸਾਰੀਆਂ ਸਰਕਾਰਾਂ ਨੂੰ ਮੈਂ ਵਧਾਈ ਦਿੰਦਾ। ਦਿੱਲੀ ਸਰਕਾਰ ਨੂੰ ਜਿਹੜੀ ਇਹਨਾਂ ਦੀ ਜਿਹੜੀ ਖੋਜ ਕੀਤੀ ਹੈ, ਜਿਹੜੀ ਪੂਸਾ ਨੇ, ਉਹਨੂੰ ਕਿਸਾਨਾਂ ਤੱਕ ਲੈ ਕੇ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਉਹਦਾ ਫਾਇਦਾ ਪਹੁੰਚਾ ਰਹੀ ਹੈ ਅਤੇ ਪੋਲੂਸ਼ਨ ਨੂੰ ਵੀ ਜਿਹੜਾ ਕੰਟਰੋਲ ਕਰਨ 'ਚ ਵੱਡਾ ਯੋਗਦਾਨ ਪਾ ਰਹੀ ਹੈ। ਸੋ ਸਾਰੀਆਂ ਹੀ ਜਿਹੜੀਆਂ ਸਰਕਾਰਾਂ ਨੇ, ਭਾਵੇਂ ਪੰਜਾਬ ਸਰਕਾਰ ਆ, ਸਾਰਿਆਂ ਨੂੰ ਇਨੀਸ਼ੀਏਟਿਵ ਲੈ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਅਤੇ ਕਿਸਾਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੀ ਜਿਵੇਂ ਦਿੱਲੀ 'ਚ ਇਸ ਚੀਜ਼ ਦਾ ਜਿਹੜਾ ਮਤਲਬ ਕਿ ਪਰਾਲੀ ਨੂੰ ਬਿਨਾਂ ਅੱਗ ਲਾਏ ਜਿਹੜਾ ਡੀਕੰਪੋਜ਼ ਕੀਤਾ ਜਾਂਦਾ, ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ, ਜਿਹੜਾ ਹਰਿਆਣੇ 'ਚ ਵੀ ਇਸੇ ਤਰ੍ਹਾਂ ਡੀਕੰਪੋਜ਼ ਕਰਕੇ ਨਾਲੇ ਸਾਡੀ ਧਰਤੀ ਨੂੰ ਬਚਾਇਆ ਜਾ ਸਕੇ, ਨਾਲੇ ਸਾਡੀ ਲੋਕਾਂ ਦੀ ਜਿਹੜੀ ਹੈ ਸਿਹਤ ਨੂੰ ਬਚਾਇਆ ਜਾ ਸਕੇ। ਸੋ ਮੈਂ ਵਧਾਈ ਦਿੰਦਾ ਅਤੇ ਉਮੀਦ ਕਰਦਾ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਵੀ, ਜਿਹੜੇ ਸਾਡੇ ਸਾਇੰਟਿਸਟ ਦਿਨ ਰਾਤ ਮਿਹਨਤ ਕਰ ਰਹੇ ਆ ਸਾਡੇ এনवायरमेंट ਨੂੰ ਸਾਫ਼ ਸੁਥਰਾ ਰੱਖਣ ਲਈ, ਇਹਦੇ ਲਈ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਵਾਂਗੇ। ਪੂਸਾ ਰਿਸਰਚ ਇੰਸਟੀਚਿਊਟ ਤੋਂ ਸਾਡੇ ਨਾਲ ਮਿਸ਼ਰਾ ਜੀ ਨੇ, ਜੋ ਆਪ ਸਾਇੰਟਿਸਟ ਨੇ ਅਤੇ ਜਿਨ੍ਹਾਂ ਨੇ ਬਹੁਤ ਤਰੀਕੇ ਨਾਲ ਸਾਰਾ ਸਾਨੂੰ ਦੱਸਿਆ। ਮਿਸ਼ਰਾ ਜੀ ਜ਼ਰੂਰ ਸਾਨੂੰ ਹੋਰ ਕੁਝ ਗਿਆਨ ਦੀ ਗੱਲਾਂ ਦੱਸ ਸਕਦੇ ਨੇ। ਮਿਸ਼ਰਾ ਜੀ, पहले तो मैं आप सभी महानुभावों का संस्थान की तरफ से स्वागत करता हूं। हमारे निदेशक महोदय से आपकी मुलाकात हुई और ढेर सारी बातें डिस्कस हुई टेक्नोलॉजी के बारे में। पूसा संस्थान का बहुत बड़ा योगदान है
देश की एग्रीकल्चर में। इसे हम हरित क्रांति की जननी कहते हैं। यहाँ से हरित क्रांति जो है न शुरू हुई। जितने बड़े बड़े वैज्ञानिक के नाम आप सुने होंगे सब यहीं छात्र रहे, छात्र होकर के वैज्ञानिक रहे। 116 साल पुराना इतिहास है इसका और हमें गर्व महसूस होता है कि हम इस संस्थान से जुड़े हैं। और इस संस्थान का पंजाब की कृषि के लिए भी बहुत बड़ा योगदान है, बहुत शुरू से। और जैसा हमारे मित्र बता रहे थे कि पूसा 44, पूसा 1509 और ढेर सारी ऐसी वेराइटीज़ हैं जो बहुत पॉपुलर है पंजाब में। और हम लोग भी पंजाब के किसानों से बहुत जुड़े हुए हैं और बहुत कुछ सीखे उनसे। तो पंजाब के किसानों को और आप सबको हम धन्यवाद देते हैं। जहाँ तक पराली का सवाल है, ये एक बहुत बड़ा मिनास बना हुआ है। पराली के बारे में हमारा नारा है कि जलाइए नहीं गलाइए। तो पराली को जलाना नहीं है, पराली को। जहाँ हम खड़े हैं इस पूरी एरिया में धान था, हमारा धान की फसल। हमारे मित्र ज्ञानेंद्र सिंह जी हैं जो इस पूरे सीड प्रोडक्शन यूनिट के इंचार्ज हैं, जो इसको देखते हैं। बहुत मेहनती और बहुत ही कर्मठ साइंटिस्ट हैं। तो ये हम लोगों ने, निदेशक महोदय ने डिसाइड किया कि किसानों को बताने के पहले अपना भी करके देखो। तो अपनी फील्ड में सबसे पहले ये पूरी फील्ड जितनी है, धान की जितनी क्षेत्र है, उसमें सब में पूसा डिकम्पोजर, जो वैसे बताया गया कि ये कल्चर है, ये रसायन नहीं है, ये माइक्रोबियल कल्चर है, बिल्कुल नैसर्गिक है, बिल्कुल जो है ना ऑर्गेनिक है। और इसको लगा करके, और जो जैसे बताया गया कि इसका आपको तरीके बताए गए, हम डिस्कस कर रहे थे आपसे कि कैसे आपको 4 कैप्सूल हैं, उन 4 कैप्सूल से आप 1 हेक्टेयर के लिए पूरा छिड़काव के लिए वो सफिशिएंट है। उनका छिड़काव करके फिर रोटावेटर हमारे सभी किसानों के पास है। रोटावेटर एक बार चलाना है और उसके बाद एक हल्का पानी दे देना है। और ये 20-25 दिन वेट करिए। 20-25 दिन में ये ऐसी स्थिति हो जाएगी कि आपके बुआई लायक हो जाएगी। किसान भाई कई बार हमें कहते हैं, वैसे भी अपनी तरफ से करते हैं। मेरा ये कहना है कि बिना डिकम्पोजर डाले भी आपने देखा होगा कि निकालते हैं, समाधान करते हैं, गलती है कुछ होता है, लेकिन कंपोस्ट की क्वालिटी जो होगी जब आप डिकम्पोजर डाल के देखोगे तो दूसरी होगी। ये सारी चर्चा हो चुकी है कि पॉल्यूशन तो का कंट्रोल तो होगा ही, लेकिन मृदा स्वास्थ्य, जो ज़मीन का स्वास्थ्य है, वो एक बहुत बड़ा चैलेंज है। उसका जो भौतिकी है, उसका जो रासायनिक गुण है और जो उसके बायोलॉजिकल गुण है, जैविक गुण है, वो तीनों को मिलके जो है ज़मीन का स्वास्थ्य बनता है। तो इससे आप देखेंगे कि आपका नाइट्रोजन, फास्फोरस और पोटाश ये जो डालते हैं आप, उसमें भी कमी आएगी, उसको कम डालना पड़ेगा। ऑर्गेनिक कंटेंट की बात हम कहते हैं कि ये ज़मीन में कम होता जा रहा है पिछले कई सालों से। जो ग्रीन रिवोल्यूशन के बाद ढेर सारा फर्टिलाइज़र की बातें चलती रही ना, तो हमारे पास अभी इसके मृदा स्वास्थ्य में एक ऑर्गेनिक कंटेंट की बातों का ये सीधे उसमें जा कर के मिल रहा है। और जहाँ तक पॉल्यूशन कंट्रोल की बात है वो होगा। दूसरी बातें जैसे अभी बात हुई कि तेपला में हम 9 तारीख को मिलेंगे। हमारा यही कहना है कि बेस टू वेल्थ, ये इसको बेस्ट न मानो, इसको धन में कन्वर्ट करो। तो हमारी वहाँ पर चर्चा होगी। 9 तारीख को हमारे निदेशक महोदय भी जा रहे हैं। पूरा IRI ने एक बहुत बड़ा वहाँ पर प्लांट लगाया है। उस प्लांट में कुछ जो धान का पुआल है उसको छोटा करके साइज, और हम उसको चारे का ब्लॉक बना करके दिखा रहे हैं किसानों के, कैसे इसको चारे के ब्लॉक में बदल सकते हो। और उसमें क्या कोशिश है कि जैसे 7-8 ट्रक का आपका मटेरियल है, उसको 1 ट्रक ब्लॉक में कन्वर्ट कर सकते हैं। तो उसका रखने की जगह कम लगी। 7-8 कमरों में जो रखते हो एक कमरे में रख सकते हैं। 7-8 ट्रक से जो भेजते हो 1 ट्रक से भेज सकते हैं। और कई ऐसे क्षेत्र हैं जहां पर चारे की बहुत समस्या होती है। अकाल वगैरह पड़ता है, दुर्भिक्ष पड़ता है, तो आदमियों के लिए तो सिस्टम इंतजाम कर देता है, लेकिन पशुओं के लिए बहुत चैलेंज। तो ये एक वो कोशिश बहुत है, बहुत पुनीत काम होगा वो, जिसमें हम कोशिश कर रहे हैं। और इस मशीन को यह संस्थान ने बनाया है और हमने करीब 200 जगहों पर देश में उसको फैलाए हैं। आप तेपला में आएंगे तो तेपला में बिल्कुल फंक्शनल है, हम उसे दिखाएंगे। हम कंपोस्ट को लार्ज स्केल पे कंपोस्ट बनाने की मशीन भी इस संस्थान ने बनाई है, जिसमें पिट मेथड से नहीं, अभी गड्ढे में हम कंपोस्ट बनाते हैं तो उसमें 6-7 महीने लग जाते हैं उस कंपोस्ट को तैयार होने में। हम जो यहाँ बात कर रहे हैं उसको विंड्रो मेथड से एक ढेर बना करके लंबा, और उसमें जो हमारा यहाँ पर कंपोस्ट के लिए यहाँ पर भी हमारा जो क्या कहते हैं कल्चर है माइक्रोबायोलॉजी के, उस कल्चर को अप्लाई करते हैं और एक मशीन बनाए हैं। वो 3 बार उस पूरे सीजन में उसके टर्निंग मिक्सिंग करते हैं और उसके बाद कंपोस्ट तैयार हो जाती है। जो आपने कहा, मैंने कहा कि जो आपका 6-7 महीने ले रही है, वो 7-8 हफ्ते में
इस तरीके से कंपोस्ट तैयार हो जाता है, अच्छी क्वालिटी की कंपोस्ट तैयार होती है। फिर एक सीविंग मशीन है, उससे मतलब उससे छान करके जो फालतू का उससे पत्थर इस तरह की चीज़ हटा दे, अच्छी क्वालिटी करके बैग में पैक करके उसको किसान भाई बेच सकते हैं। जैसे आप चर्चा कर रहे थे, हमारे बता रहे थे आप लोग कि उसको कैसे कमाई का साधन बनाया जाए, तो उसमें कर सकते हैं। बाकी पंजाब में और एक्सपेरिमेंट चल ही रहे हैं, जो उसको विद्युत उत्पादन के लिए या दूसरे उसमें आपका ढेर सारी जगहों पे आपने देखा हुआ कि बेलर मशीन चलती हैं और वो बहुत पॉपुलर हुआ। वहाँ हमने ये बेलर मशीन और तो ये इतना ज़्यादा बायोमास पैदा होता है कि हम समझते हैं कि हर एक सोल्यूशन जो है ना, एक बास्केट ऑफ सोल्यूशन लेकर के किसान को देना है। उसे कहते भैया चुन लीजिए कौन सी चीज़ आप चाहते हो उसके हिसाब से। ये जो वाला सिंपल सोल्यूशन है, इस सिंपल सोल्यूशन को अपनाना है, बाकी सब चीज़ें देखनी है। और मैं समझता हूँ कि जो हमारा अनुरोध है कि भैया जलाइए नहीं, गलाइए, आप फेंकिए नहीं, उसको वेस्ट मत मानिए, वेल्थ में कन्वर्ट करिए, धन में कन्वर्ट करिए। और ये बात सबको समझ में आ चुकी है कि खेती ही एक जो है ना मुख्य जरिया बनने जा रहा है राष्ट्र की जो अर्थव्यवस्था का। इसलिए भी ये सब चीज़ें बहुत ज़रूरी हैं कि हम जा कर के किसानों के साथ मिलकर। और मुझे बहुत खुशी है कि आप सभी को किसानों की इतनी चिंता है। देखिए दिल्ली में उतनी लैंड नहीं है, लेकिन फिर भी ये एक बड़ा मैसिव प्लान चलाया गया कि नहीं, हम सारे किसानों को जो है ना पराली उनकी जितनी है करीब 2000 एकड़ में दिल्ली में ना, जो क्या कहते हैं, जहाँ पर हमारा ये एक्सपेरिमेंट चला। और जो दिल्ली सरकार के जो अधिकारी थे उनके साथ साथ हमारी टीम हर जगह गई। यही कहना था कि भाई हम अपने सामने, क्योंकि ज्ञान कन्वर्ट होना है, ये जो तरीके हैं वो किसान भाइयों को बताना जरूरी है। हमारा संस्थान कहता है कि तकनीकी नहीं, समाधान चाहिए। तो सिर्फ तकनीकी से काम नहीं चलेगा, समाधान जब हम पूरी बात करके दिखाते हैं तब समाधान होता है। और करके जब दिखाते तो किसान भाई कहते हैं कि अच्छा आप आए हमारे खेत पे, बताए, सिखाए, अब हम इसको स्वीकार करेंगे। मेरी प्रार्थना है कि सभी लोग इस बात को समझें और जलाना नहीं है। हमें पता है कि इन्वायरमेंट कितना प्रदूषित होता है, सबके स्वास्थ्य का ध्यान रखना है। ऐसे ही दुनिया भर में ढेर सारी परेशानियां हैं, बीमारियां हैं, आप देख रहे हैं। तो मैं समझता हूं कि इसको, हमारे अनुरोध को समझें और आप लोग आए। आपको एक बार फिर से बहुत बहुत धन्यवाद। और हमारा मुहिम जो है वो जारी रहे और कामयाब हो, इसके साथ मैं एक बार फिर सबको धन्यवाद देना चाहता हूँ। नमस्कार। ਵੇਖੋ ਜੀ, ਪੂਸਾ ਰਿਸਰਚ ਇੰਸਟੀਚਿਊਟ ਦਿੱਲੀ ਨੇ ਤੇ ਆਪਣਾ ਕੰਮ ਕਰ ਦਿੱਤਾ। ਉਸ ਤੋਂ ਬਾਅਦ ਦਿੱਲੀ ਸਰਕਾਰ ਨੇ ਵੀ ਆਪਣੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਇਹਦਾ ਘੋਲ ਦਾ ਅਰੇਂਜਮੈਂਟ ਕਰਾ ਦਿੱਤਾ। ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ, ਸਾਰੀ ਸਰਕਾਰਾਂ ਦੀ ਬਣਦੀ ਹੈ, ਪਰ ਆਪਾਂ ਆਮ ਆਦਮੀ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਹਰ ਕਿਸਾਨ ਨੂੰ ਮੁਹੱਈਆ ਕਰਾਇਆ ਜਾ ਸਕੇ। ਇੱਕ ਵਾਰ ਫਿਰ ਤੋਂ ਪੂਸਾ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਸਾਹਿਬ ਦਾ, ਮਿਸ਼ਰਾ ਜੀ ਦਾ, ਗਿਆਨੇਂਦਰ ਜੀ ਦਾ, ਜੋ ਇਹ ਸਾਰਾ ਪ੍ਰੋਜੈਕਟ ਵੇਖ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।